ਅੱਜ ਗੱਲ ਕਰਦੇ ਹਾਂ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਇੱਕ ਬਹੁਤ ਹੀ ਖਾਸ ਪਲ ਬਾਰੇ 106ਵੀਂ ਸੰਵਿਧਾਨਿਕ ਸੋਧ ਜਿਸ ਨੂੰ ਨਾਰੀ ਸ਼ਕਤੀ ਵੰਦਨ ਅਧਿਨਿਯਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਿਰਫ ਇੱਕ ਕਾਨੂੰਨ ਨਹੀਂ ਬਲਕਿ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਰਾਜਨੀਤੀ ਵਿੱਚ ਔਰਤਾਂ ਦੀ ਬਰਾਬਰੀ ਵੱਲ ਵਧਾਇਆ ਗਿਆ ਇੱਕ ਬਹੁਤ ਵੱਡਾ ਕਦਮ ਹੈ। ਆਓ ਇਸ ਨੂੰ ਡੂੰਘਾਈ ਨਾਲ ਸਮਝਦੇ ਹਾਂ ਕਿ ਇਹ ਹੈ ਕੀ ਅਤੇ ਇਹ ਭਾਰਤ ਦੇ ਭਵਿੱਖ ਤੇ ਕੀ ਅਸਰ ਪਾ ਸਕਦਾ ਹੈ। ਤਾਂ ਇਸ ਪੂਰੀ ਕਹਾਣੀ ਨੂੰ ਸਮਝਣ ਲਈ ਆਪਾਂ ਪਹਿਲਾਂ ਦੇਖਾਂਗੇ ਕਿ ਆਖਿਰ ਇਸ ਕਾਨੂੰਨ ਦੀ ਲੋੜ ਪਈ ਹੀ ਕਿਉਂ। ਫਿਰ ਅਸੀਂ ਇਸ ਦੇ ਹੱਲ ਤੇ ਗੱਲ ਕਰਾਂਗੇ, ਇਸ ਦੇ ਪਿੱਛੇ ਦੇ ਲੰਬੇ ਇਤਿਹਾਸ ਨੂੰ ਜਾਣਾਂਗੇ ਅਤੇ ਇਸ ਨੂੰ ਲਾਗੂ ਕਰਨ ਦੀਆਂ ਚੁਣੌਤੀਆਂ ਤੇ ਵੀ ਨਜ਼ਰ ਮਾਰਾਂਗੇ ਤੇ ਅੰਤ ਵਿੱਚ ਇਸ ਨਾਲ ਜੁੜੀਆਂ ਬਹਿਸਾਂ ਅਤੇ ਚਿੰਤਾਵਾਂ ਤੇ ਵੀ ਚਰਚਾ ਕਰਾਂਗੇ। ਇਸ ਵੱਡੇ ਬਦਲਾਅ ਪਿੱਛੇ ਦਾ ਕਾਰਨ ਸਮਝਣਾ ਹੈ ਤਾਂ ਸਾਨੂੰ ਪਹਿਲਾਂ ਕੁਝ ਅੰਕੜਿਆਂ ਤੇ ਝਾਤ ਮਾਰਨੀ ਪੈਣੀ ਹੈ ਤੇ ਇਹ ਅੰਕੜੇ ਸੱਚੀ ਹੈਰਾਨ ਕਰਨ ਵਾਲੇ ਨੇ। ਤਾਂ ਦੇਖੋ, ਇਸ ਕਾਨੂੰਨ ਤੋਂ ਪਹਿਲਾਂ ਦੀ ਹਾਲਤ ਕੀ ਸੀ। ਭਾਰਤ ਦੀ ਲੋਕ ਸਭਾ ਯਾਨੀ ਸੰਸਦ ਦਾ ਹੇਠਲਾ ਸਦਨ, ਉੱਥੇ ਔਰਤਾਂ ਦੀ ਗਿਣਤੀ 15% ਤੋਂ ਵੀ ਘੱਟ ਸੀ। ਸੋਚ ਕੇ ਦੇਖੋ, 85% ਤੋਂ ਵੱਧ ਮਰਦ। ਇਹ ਅੰਕੜਾ ਹੀ ਆਪਣੇ ਆਪ ਵਿੱਚ ਸਾਰੀ ਕਹਾਣੀ ਬਿਆਨ ਕਰ ਦਿੰਦਾ ਹੈ। ਅਤੇ ਗੱਲ ਸਿਰਫ ਕੇਂਦਰ ਤੱਕ ਹੀ ਨਹੀਂ ਰੁਕਦੀ। ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਤਾਂ ਹਾਲਾਤ ਇਸ ਤੋਂ ਵੀ ਮਾੜੇ ਸਨ। ਕਈ ਥਾਵਾਂ ਤੇ ਤਾਂ ਇਹ ਅੰਕੜਾ 10% ਤੋਂ ਵੀ ਥੱਲੇ ਸੀ। ਮਤਲਬ ਉੱਥੇ ਔਰਤਾਂ ਦੀ ਆਵਾਜ਼ ਲਗਭਗ ਸੁਣਾਈ ਹੀ ਨਹੀਂ ਦਿੰਦੀ ਸੀ। ਤਾਂ ਫਿਰ ਇਸ ਵੱਡੇ ਪਾੜੇ ਨੂੰ ਭਰਨ ਲਈ 106ਵੀਂ ਸੋਧ ਇੱਕ ਕ੍ਰਾਂਤੀਕਾਰੀ ਹੱਲ ਬਣ ਕੇ ਸਾਹਮਣੇ ਆਈ। ਚਲੋ ਦੇਖਦੇ ਹਾਂ ਕਿ ਇਹ ਕਾਨੂੰਨ ਇਸ ਵੱਡੀ ਸਮੱਸਿਆ ਨਾਲ ਨਜਿੱਠਦਾ ਕਿਵੇਂ ਹੈ। ਇਸ ਕਾਨੂੰਨ ਦੀ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਹੈ ਉਹ ਹੈ 33% ਰਾਖਵਾਂਕਰਨ। ਮਤਲਬ ਸਿੱਧਾ ਇਹ ਕਹਿ ਰਿਹਾ ਹੈ ਕਿ ਜਿਹੜੇ ਸਦਨਾਂ ਵਿੱਚ ਲੋਕ ਸਿੱਧੇ ਆਪਣੇ ਨੁਮਾਇੰਦੇ ਚੁਣਦੇ ਨੇ, ਉੱਥੇ ਹਰ 3 ਵਿੱਚੋਂ 1 ਸੀਟ ਔਰਤ ਲਈ ਪੱਕੀ ਹੋਵੇਗੀ। ਅੱਛਾ, ਹੁਣ ਇਸ ਨੂੰ ਲਾਗੂ ਕਿਵੇਂ ਕੀਤਾ ਗਿਆ ਹੈ? ਇਸ ਲਈ ਸੰਵਿਧਾਨ ਵਿੱਚ ਨਵੇਂ ਆਰਟੀਕਲ ਪਾਏ ਗਏ, ਜਿਵੇਂ ਆਰਟੀਕਲ 330A, ਇਹ ਲੋਕ ਸਭਾ ਲਈ ਹੈ। ਫਿਰ ਆਰਟੀਕਲ 332A, ਇਹ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਹੈ। ਤੇ ਆਰਟੀਕਲ 239AA ਰਾਹੀਂ ਦਿੱਲੀ ਵਿਧਾਨ ਸਭਾ ਵਿੱਚ ਵੀ ਔਰਤਾਂ ਲਈ ਰਾਖਵਾਂਕਰਨ ਪੱਕਾ ਕੀਤਾ ਗਿਆ। ਇੱਥੇ ਦੇਖੋ, ਇਹ ਉਹ ਅਸਲ ਕਾਨੂੰਨੀ ਭਾਸ਼ਾ ਹੈ, ਉਹ ਅਧਿਕਾਰਿਤ ਸ਼ਬਦ ਜਿਨ੍ਹਾਂ ਨੇ ਇਸ ਬਿੱਲ ਨੂੰ ਸੰਵਿਧਾਨ ਦਾ ਇੱਕ ਅਟੁੱਟ ਹਿੱਸਾ ਬਣਾ ਦਿੱਤਾ। ਇੱਕ ਹੋਰ ਬਹੁਤ ਹੀ ਜ਼ਰੂਰੀ ਗੱਲ ਸਮਝਣ ਵਾਲੀ ਹੈ, ਇਹ ਰਾਖਵਾਂਕਰਨ ਸਿਰਫ ਆਮ ਸੀਟਾਂ ਤੇ ਨਹੀਂ ਹੈ, ਬਲਕਿ SC ਅਤੇ ST ਭਾਈਚਾਰਿਆਂ ਲਈ ਜੋ ਸੀਟਾਂ ਪਹਿਲਾਂ ਤੋਂ ਹੀ ਰਾਖਵੀਆਂ ਨੇ, ਉਹਨਾਂ ਦੇ ਅੰਦਰ ਵੀ 1/3 ਸੀਟਾਂ ਹੁਣ ਇਨ੍ਹਾਂ ਭਾਈਚਾਰਿਆਂ ਦੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਇਹ ਇੱਕ ਬਹੁਤ ਵੱਡਾ ਕਦਮ ਹੈ। ਪਰ ਇਹ ਕਾਨੂੰਨ ਕੋਈ ਰਾਤੋਂ ਰਾਤ ਨਹੀਂ ਬਣ ਗਿਆ। ਨਹੀਂ, ਇਸ ਦੇ ਪਿੱਛੇ ਲਗਭਗ 3 ਦਹਾਕਿਆਂ ਦਾ ਇੱਕ ਲੰਮਾ ਤੇ ਕਾਫੀ ਔਖਾ ਸਫ਼ਰ ਹੈ। ਇਸ ਟਾਈਮਲਾਈਨ ਤੇ ਇੱਕ ਨਜ਼ਰ ਮਾਰੋ। 1996 ਵਿੱਚ ਪਹਿਲੀ ਕੋਸ਼ਿਸ਼ ਹੋਈ, ਫਿਰ 1998, 1999, 2008 ਵਿੱਚ ਵੀ ਕੋਸ਼ਿਸ਼ਾਂ ਹੋਈਆਂ। ਕਦੇ ਬਿੱਲ ਪੇਸ਼ ਹੋਇਆ, ਕਦੇ ਰੱਦ ਹੋ ਗਿਆ। ਇੱਕ ਵਾਰ ਤਾਂ ਰਾਜ ਸਭਾ 'ਚੋਂ ਪਾਸ ਹੋ ਕੇ ਵੀ ਲੋਕ ਸਭਾ ਦੀ ਮਨਜ਼ੂਰੀ ਤੋਂ ਬਿਨਾਂ ਹੀ ਖਤਮ ਹੋ ਗਿਆ। ਹਰ ਵਾਰ ਕਿਸੇ ਨਾ ਕਿਸੇ ਕਾਰਨ ਗੱਲ ਰੁਕ ਜਾਂਦੀ ਸੀ ਤੇ ਆਖਿਰਕਾਰ 2023 ਵਿੱਚ ਜਾ ਕੇ ਇਹ ਸੁਪਨਾ ਸੱਚ ਹੋਇਆ। ਤੇ ਸਵਾਲ ਉੱਠਦਾ ਹੈ ਕਿ ਇੰਨਾ ਲੰਮਾ ਸਮਾਂ 27 ਸਾਲ ਕਿਉਂ ਲੱਗੇ? ਇਸ ਦਾ ਮੁੱਖ ਕਾਰਨ ਸੀ ਰਾਜਨੀਤਿਕ ਪਾਰਟੀਆਂ ਵਿੱਚ ਆਪਸੀ ਸਹਿਮਤੀ ਦਾ ਨਾ ਬਣਨਾ। ਇਸੇ ਕਰਕੇ ਜਦੋਂ ਆਖਿਰਕਾਰ ਇਹ ਬਿੱਲ ਪਾਸ ਹੋਇਆ ਤਾਂ ਇਹ ਇੱਕ ਸੱਚਮੁੱਚ ਇਤਿਹਾਸਿਕ ਪਲ ਬਣ ਗਿਆ। ਪਰ ਫਿਰ ਸਤੰਬਰ 2023 ਵਿੱਚ ਉਹ ਹੋਇਆ ਜਿਸ ਦੀ ਉਮੀਦ ਸ਼ਾਇਦ ਬਹੁਤਿਆਂ ਨੂੰ ਨਹੀਂ ਸੀ। ਲੋਕ ਸਭਾ ਵਿੱਚ 454 ਵੋਟਾਂ ਹੱਕ ਵਿੱਚ ਪਈਆਂ ਤੇ ਸਿਰਫ 2 ਖਿਲਾਫ। ਤੇ ਰਾਜ ਸਭਾ ਵਿੱਚ ਤਾਂ ਕਮਾਲ ਹੀ ਹੋ ਗਿਆ, 214 ਵੋਟਾਂ ਹੱਕ ਵਿੱਚ ਤੇ ਖਿਲਾਫ 1 ਵੀ ਨਹੀਂ। ਇਹ ਦਹਾਕਿਆਂ ਦੀ ਰਾਜਨੀਤਿਕ ਖਿੱਚੋਤਾਣ ਤੋਂ ਬਾਅਦ ਇੱਕ ਬਹੁਤ ਵੱਡੀ ਗੱਲ ਸੀ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਕਾਨੂੰਨ ਪਾਸ ਹੋਣਾ ਤਾਂ ਸਿਰਫ ਪਹਿਲਾ ਕਦਮ ਹੈ। ਅਸਲ ਸਵਾਲ ਤਾਂ ਇਹ ਹੈ ਕਿ ਇਹ ਲਾਗੂ ਕਦੋਂ ਹੋਵੇਗਾ, ਤੇ ਇਸ ਦਾ ਜਵਾਬ ਸਿੱਧਾ ਨਹੀਂ, ਥੋੜਾ ਜਿਹਾ ਗੁੰਝਲਦਾਰ ਹੈ। ਦੇਖੋ, ਕਾਨੂੰਨ ਵਿੱਚ ਸਾਫ਼-ਸਾਫ਼ 2 ਵੱਡੀਆਂ ਸ਼ਰਤਾਂ ਰੱਖੀਆਂ ਗਈਆਂ ਨੇ। ਪਹਿਲੀ, ਦੇਸ਼ ਵਿੱਚ ਇੱਕ ਨਵੀਂ ਜਨਗਣਨਾ ਯਾਨੀ ਕਿ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ, ਤੇ ਦੂਜੀ, ਉਸ ਜਨਗਣਨਾ ਦੇ ਅੰਕੜਿਆਂ ਦੇ ਆਧਾਰ ਤੇ ਹੱਦਬੰਦੀ ਦੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ। ਜਦੋਂ ਇਹ ਦੋਵੇਂ ਕੰਮ ਹੋ ਜਾਣਗੇ, ਉਸ ਤੋਂ ਬਾਅਦ ਹੀ ਇਹ ਰਾਖਵਾਂਕਰਨ ਲਾਗੂ ਹੋਵੇਗਾ। ਤਾਂ ਪਹਿਲੀ ਅੜਚਨ ਹੈ ਜਨਗਣਨਾ। ਇਹ 2021 ਵਿੱਚ ਹੋਣੀ ਸੀ, ਪਰ ਜਿਵੇਂ ਕਿ ਸਭ ਨੂੰ ਪਤਾ ਹੈ, ਕੋਵਿਡ-19 ਕਰਕੇ ਇਹ ਕੰਮ ਅੱਗੇ ਪੈ ਗਿਆ।
ਤੇ ਦੂਜਾ ਕਦਮ ਹੈ ਹੱਦਬੰਦੀ। ਹੁਣ ਇਹ ਹੱਦਬੰਦੀ ਕੀ ਹੁੰਦੀ ਹੈ? ਇਸ ਨੂੰ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਇਹ ਚੋਣ ਹਲਕਿਆਂ ਯਾਨੀ ਕਨਸਟੀਟੂਐਂਸੀਜ਼ ਦੀਆਂ ਹੱਦਾਂ ਨੂੰ ਨਵੇਂ ਸਿਰੇ ਤੋਂ ਤੈਅ ਕਰਨਾ ਹੈ ਤਾਂ ਜੋ ਹਰ ਹਲਕੇ ਵਿੱਚ ਵੋਟਰਾਂ ਦੀ ਗਿਣਤੀ ਲਗਭਗ ਇੱਕੋ ਜਿਹੀ ਹੋਵੇ। ਹੁਣ ਕਿਉਂਕਿ ਇਹ ਦੋਵੇਂ ਕੰਮ ਹੋਣੇ ਬਾਕੀ ਨੇ, ਪਹਿਲਾਂ ਜਨਗਣਨਾ ਫਿਰ ਹੱਦਬੰਦੀ, ਇਸੇ ਕਰਕੇ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਸ ਰਾਖਵੇਂਕਰਨ ਦਾ ਅਸਲ ਅਸਰ ਸਾਨੂੰ 2029 ਜਾਂ ਸ਼ਾਇਦ 2034 ਦੀਆਂ ਆਮ ਚੋਣਾਂ ਵਿੱਚ ਹੀ ਦੇਖਣ ਨੂੰ ਮਿਲੇਗਾ। ਮਤਲਬ ਸਫ਼ਰ ਅਜੇ ਲੰਮਾ ਹੈ। ਖੈਰ, ਜਦੋਂ ਵੀ ਕੋਈ ਐਡਾ ਵੱਡਾ ਬਦਲਾਅ ਆਉਂਦਾ ਹੈ ਤਾਂ ਉਸ ਨਾਲ ਕੁਝ ਸਵਾਲ, ਕੁਝ ਬਹਿਸਾਂ ਤੇ ਕੁਝ ਚਿੰਤਾਵਾਂ ਵੀ ਜੁੜਦੀਆਂ ਹੀ ਨੇ। ਇਸ ਕਾਨੂੰਨ ਨਾਲ ਵੀ ਕੁਝ ਅਜਿਹਾ ਹੀ ਹੋਇਆ। ਚਲੋ ਉਹਨਾਂ ਤੇ ਇੱਕ ਨਜ਼ਰ ਮਾਰਦੇ ਹਾਂ। ਜਿਹੜੇ ਲੋਕ ਇਸ ਦੀ ਆਲੋਚਨਾ ਕਰ ਰਹੇ ਨੇ ਉਹਨਾਂ ਦੇ ਵੀ ਆਪਣੇ ਕੁਝ ਨੁਕਤੇ ਨੇ। ਸਭ ਤੋਂ ਵੱਡਾ ਸਵਾਲ ਤਾਂ ਇਸ ਦੇ ਲਾਗੂ ਹੋਣ ਵਿੱਚ ਹੋਣ ਵਾਲੀ ਦੇਰੀ ਨੂੰ ਲੈ ਕੇ ਹੀ ਹੈ। ਕਈ ਇਸ ਨੂੰ ਦੇਰੀ ਕਰਨ ਦੀ ਚਾਲ ਵੀ ਕਹਿੰਦੇ ਨੇ। ਇਸ ਤੋਂ ਇਲਾਵਾ OBC ਔਰਤਾਂ ਲਈ ਵੱਖਰੇ ਕੋਟੇ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ, ਜੋ ਇਸ ਕਾਨੂੰਨ ਵਿੱਚ ਨਹੀਂ ਹੈ। ਤੇ ਇਹ ਵੀ ਕਿ ਇਹ ਕਾਨੂੰਨ ਰਾਜ ਸਭਾ ਵਰਗੇ ਉੱਪਰਲੇ ਸਦਨਾਂ ਤੇ ਲਾਗੂ ਨਹੀਂ ਹੁੰਦਾ। ਇੱਕ ਹੋਰ ਮੁੱਦਾ ਹੈ ਸੀਟਾਂ ਦੇ ਰੋਟੇਸ਼ਨ ਦਾ। ਮਤਲਬ ਕਿਹੜੀਆਂ ਸੀਟਾਂ ਰਾਖਵੀਆਂ ਹੋਣਗੀਆਂ, ਇਹ ਹਰ ਹੱਦਬੰਦੀ ਤੋਂ ਬਾਅਦ ਬਦਲਦਾ ਰਹੇਗਾ। ਇਸ ਦੇ ਹੱਕ ਵਿੱਚ ਇਹ ਦਲੀਲ ਹੈ ਕਿ ਇਸ ਨਾਲ ਕਿਸੇ ਇੱਕ ਹਲਕੇ ਤੋਂ ਮਰਦ ਉਮੀਦਵਾਰ ਹਮੇਸ਼ਾ ਲਈ ਬਾਹਰ ਨਹੀਂ ਹੋਣਗੇ। ਪਰ ਦੂਜੇ ਪਾਸੇ ਇਹ ਵੀ ਚਿੰਤਾ ਹੈ ਕਿ ਇਸ ਨਾਲ ਕੋਈ ਵੀ ਨੁਮਾਇੰਦਾ ਆਪਣੇ ਹਲਕੇ ਵਿੱਚ ਲੰਬੇ ਸਮੇਂ ਲਈ ਕੰਮ ਕਰਨ ਤੋਂ ਝਿਜਕੇਗਾ। ਅਤੇ ਹਾਂ, ਇੱਕ ਆਖਰੀ ਪਰ ਬਹੁਤ ਅਹਿਮ ਗੱਲ, ਇਹ ਰਾਖਵਾਂਕਰਨ ਹਮੇਸ਼ਾ ਲਈ ਨਹੀਂ ਹੈ। ਇਸ ਵਿੱਚ ਇੱਕ ਸਨਸੈਟ ਕਲੌਜ਼ ਹੈ, ਜਿਸ ਦਾ ਮਤਲਬ ਹੈ ਕਿ ਇਹ 15 ਸਾਲਾਂ ਲਈ ਲਾਗੂ ਹੋਵੇਗਾ। ਉਸ ਤੋਂ ਬਾਅਦ ਸੰਸਦ ਤੈਅ ਕਰੇਗੀ ਕਿ ਇਸ ਨੂੰ ਅੱਗੇ ਵਧਾਣਾ ਹੈ ਜਾਂ ਨਹੀਂ। ਬਹਿਸਾਂ ਭਾਵੇਂ ਜੋ ਮਰਜ਼ੀ ਹੋਣ, ਪਰ ਇੱਕ ਗੱਲ ਤਾਂ ਪੱਕੀ ਹੈ, ਇਹ ਕਾਨੂੰਨ ਹੁਣ ਹਕੀਕਤ ਹੈ। ਭਾਰਤ ਦੇ ਗਜ਼ਟ ਵਿੱਚ ਇਸ ਦਾ ਛਪਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਦੇਸ਼ ਦੇ ਕਾਨੂੰਨ ਦਾ ਹਿੱਸਾ ਬਣ ਚੁੱਕਾ ਹੈ ਅਤੇ ਦੇਸ਼ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਹੈ। ਤਾਂ ਆਖਿਰ ਵਿੱਚ ਸਵਾਲ ਇਹ ਨਹੀਂ ਰਹਿ ਜਾਂਦਾ ਕਿ 106ਵੀਂ ਸੋਧ ਇੱਕ ਇਤਿਹਾਸਿਕ ਕਦਮ ਹੈ ਜਾਂ ਨਹੀਂ, ਉਹ ਤਾਂ ਇਹ ਹੈ ਹੀ। ਅਸਲ ਸਵਾਲ ਇਹ ਹੈ, ਜਦੋਂ ਇਸ ਦਾ ਅਸਰ ਜ਼ਮੀਨ ਤੇ ਦਿਖਣਾ ਸ਼ੁਰੂ ਹੋਵੇਗਾ ਤਾਂ ਕੀ ਇਹ ਸੱਚਮੁੱਚ ਭਾਰਤ ਦੀ ਰਾਜਨੀਤੀ ਦਾ ਚਿਹਰਾ ਹਮੇਸ਼ਾ ਲਈ ਬਦਲ ਦੇਵੇਗਾ? ਖੈਰ, ਇਸ ਦਾ ਜਵਾਬ ਤਾਂ ਸਾਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ।